बीजेपी RSS एजेंडा लैके चली हुई है कि देश नूं हिंदू राष्ट्र बनाउणा, देश दे विचों बाकी सारे खत्म करने आ। नपत्तियां दी पत्त, ये जिहड़ी पत्त आ साडी, ये तां ही बचनी है क्योंकि अज करोना वायरस दे विच ये जिहड़ी पत्त आ ये साडी बची नहीं, क्योंकि किसी गरीब की पुछ पड़ताल नहीं हुई और लोग जिहड़े सड़कों ते रुलदे नज़र आए आ। लोगों के पैर जिहड़े आ वो पैरां दे विच किन्ने किन्ने जिहड़े चीर फाड़ वो धुप्प दे नाल पाटे और सड़कों के उत्ते ही जिहड़ियां मौतां होईयां, साइकिलों ते लद के लोग जिहड़े मौतां लिजांदे नज़र आए आ। तो इस करके जिहड़ा आ ये सरकारां दी जिम्मेवारी बनती सी, पर कोई सरकार ने जिम्मेवारी नहीं निभाई। तो हुण साडी की जिम्मेवारी बनती है, सानू जिहड़ा जाति तोड़ के एक दूसरे नाल भाईचारा बनाउणा पेगा ते जिहदे नाल साडी जिहड़ी है वोट शक्ति अपने आप इकट्ठी हो जानी है। ਤੁਹਾਡੇ ਵੱਲੋਂ ਇਹ ਗੱਲ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਕਿੱਥੇ ਕਮੀ ਰਹਿ ਗਈ ਤਾਂ ਕਿ ਲੋਕ ਅਜੇ ਤੱਕ ਕਿਉਂ ਨਹੀਂ ਸਮਝ ਸਕੇ ਇਹ ਬੇਗਮਪੁਰੇ ਦਾ ਕਨਸੈਪਟ, ਇਹ ਬਰਾਬਰਤਾ ਵਾਲੇ ਰਾਜ ਦਾ ਕਨਸੈਪਟ, ਇਹ ਲੋਕ ਆਪਣੇ ਹੱਥਾਂ ਦੇ ਵਿੱਚ ਰਾਜ ਕਿਉਂ ਨਹੀਂ ਲੈਣਾ ਚਾਹੁੰਦੇ, ਲੋਕਾਂ ਨੂੰ ਤੁਸੀਂ ਸਮਝਾ ਕਿਉਂ ਨਹੀਂ ਸਕੇ ਹਜੇ ਤੱਕ? ਇਹ ਬਹੁਤ ਸਾਰੀਆਂ ਕਿਤੇ ਨਾ ਕਿਤੇ ਕਮੀਆਂ ਰਹੀਆਂ। ਇਹ ਜਿਹੜਾ ਲੋਟੂ ਟੋਲੇ ਆ ਜਿਹੜੇ MP ਦੀਆਂ ਇਲੈਕਸ਼ਨਾਂ ਦੇ ਵਿੱਚ ਪੂਰਾ ਪੈਸਾ ਖਰਚ ਕਰਕੇ MP ਖਰੀਦ ਕੇ ਉਹ ਬਣਾਉਂਦੇ ਆ ਤੇ ਵੋਟ ਦੀ ਲੁੱਟ ਹੁੰਦੀ ਆ, ਲੁੱਟਿਆ ਜਾਂਦਾ। ਚਾਹੇ ਉਹ ਛੋਟੇ ਛੋਟੇ ਲਾਲਚ ਦਿੱਤੇ ਜਾਂਦੇ ਆ, ਚਾਹੇ ਨਸ਼ੇ ਵੇਚੇ ਜਾਂਦੇ ਆ। ਇਹਨਾਂ ਦੇ ਨਾਲ ਇਹ ਪੂੰਜੀਪਤੀਆਂ ਦੀਆਂ ਸਰਕਾਰਾਂ ਬਣਦੀਆਂ ਚੰਦ ਲੋਕਾਂ ਦੀਆਂ। ਪ੍ਰਸ਼ਾਸਨ ਦੇ ਵਿੱਚ ਕੌਣ ਬੈਠੇ ਨੇ, ਜੁਡੀਸ਼ੀਅਲ 'ਚ ਕੌਣ ਬੈਠੇ ਨੇ, ਲੋਕ ਚੰਗੀ ਤਰ੍ਹਾਂ ਜਾਣਦੇ ਨੇ, ਪਰ ਉੱਥੇ ਤੁਸੀਂ ਆਪਣੇ ਸਮਾਜ ਨੂੰ ਕਿਉਂ ਨਹੀਂ ਲੈ ਕੇ ਜਾਂਦੇ? ਉਹ ਕਿਵੇਂ ਉਪਰਾਲਾ, ਉਹ ਕੌਣ ਕਰੇਗਾ? ਅਸੀਂ ਹੁਣ ਹਰ ਹੀਲੇ ਸਾਡਾ ਜਿਹੜਾ ਟਾਰਗੇਟ ਆ ਉਹ 2022 ਦੇ ਉੱਤੇ ਅਸੀਂ ਪੂਰਾ ਕਨਸੈਂਟਰੇਟ ਕਰਾਂਗੇ ਔਰ ਜਿਹੜੇ ਸਾਡੇ ਰੁੱਸੇ ਆਪਣੇ ਵੀ ਆ ਇਹਨਾਂ ਨੂੰ ਵੀ ਅਸੀਂ ਪੂਰਾ ਕੋਸ਼ਿਸ਼ ਕਰਕੇ ਮਨਾਵਾਂਗੇ। बहुजन समाज दियाँ जड़ा मैं तुहानूं दस्सिया बई ग्राउंड ते बूथ पद्धर तक आ, ये गल वक्री आ कि साडे रिजल्ट नहीं आ सके। ਇੱਧਰ ਉੱਧਰ ਬਹੁਤ ਲੋਕ ਪੈਦਲ ਗਏ ਨੇ, ਗੱਡੀਆਂ ਦੀ ਲਾਈਨਾਂ ਦੇ ਨਾਲ ਗਏ ਨੇ, ਜਿਵੇਂ ਤੁਸੀਂ ਵੀ ਗੱਲ ਕੀਤੀ ਆ। ਬਹੁਤਿਆਂ ਦੀ ਮੌਤ ਹੋਈ, ਬਹੁਤਿਆਂ ਦੇ ਬੱਚਿਆਂ ਦਾ ਜਨਮ ਵੀ ਰੋਡ ਦੇ ਉੱਤੇ, ਬੜੀਆਂ ਤੰਗੀਆਂ ਤਕਲੀਫਾਂ ਉਹਨਾਂ ਨੇ ਸਹੀਆਂ। ਉਸ ਵੇਲੇ ਵੀ ਭੈਣ ਕੁਮਾਰੀ ਮਾਇਆਵਤੀ ਦੇ ਵੱਲੋਂ ਕੋਈ ਖਾਸ ਬਿਆਨ ਲੋਕ ਹਿੱਤ ਦੇ ਵਿੱਚ ਜਾਂ ਇਹਨਾਂ ਮਜ਼ਦੂਰਾਂ ਦੇ ਹਿੱਤ ਦੇ ਵਿੱਚ ਇੱਦਾਂ ਦਾ ਨਹੀਂ ਆਇਆ ਜਿਹਦੇ ਨਾਲ ਸਰਕਾਰ ਨੂੰ ਮਜਬੂਰ ਕਰ ਦਿੰਦੇ ਕਿ ਇਹਨਾਂ ਨੂੰ ਬੱਸਾਂ ਦੇ ਵਿੱਚ ਬਿਠਾਲ ਕੇ ਜਾਂ ਟ੍ਰੇਨਾਂ ਦੇ ਵਿੱਚ ਬਿਠਾਲ ਕੇ ਇਹਨਾਂ ਦੇ ਘਰਾਂ ਤੱਕ ਪਹੁੰਚਦਾ ਕੀਤਾ ਜਾਵੇ ਜਾਂ ਉਹਨਾਂ ਦਾ ਪ੍ਰਬੰਧ ਕੀਤਾ ਜਾਂਦਾ। यूपी ਦੇ ਵਿੱਚ ਉਹਨਾਂ ਨੇ ਜਿਹੜਾ ਬਹੁਤ ਸਾਰਾ ਮਤਲਬ ਕਿ ਉਹਨਾਂ ਦੇ ਬਿਆਨ ਆਏ ਆ। ਜੇ ਸਮਾਜ ਜਾਗਰਤ ਹੋ ਜਾਏ ਤਾਂ ਅਸੀਂ ਆਪਣੇ ਜਿਹੜਾ ਆ ਉਹ ਲੀਡਰ ਦਾ ਕੱਦ ਬਹੁਤ ਉੱਚਾ ਕਰ ਸਕਦੇ ਹਾਂ। ਪੰਜਾਬੀ ਸਾਂਝ TV ਦੇਖ ਰਹੇ ਸਰੋਤਿਆਂ ਦਾ ਸਵਾਗਤ ਹੈ। ਬਹੁਜਨ ਸਮਾਜ ਪਾਰਟੀ ਦੇ ਵੱਲੋਂ ਜਿਹੜੇ ਨਵੇਂ ਅਹੁਦੇ, ਨਵੇਂ ਚਿਹਰੇ ਜਿਹੜੇ ਸਾਹਮਣੇ ਲਿਆਂਦੇ ਆ, ਉਹਨਾਂ ਦੇ ਵਿੱਚ ਇੱਕ ਚਿਹਰਾ ਸਾਡੇ ਨਾਲ ਨੇ, ਇਸ ਵੇਲੇ ਮੌਜੂਦ ਨੇ ਰਮੇਸ਼ ਕੌਲ ਜੀ ਫਗਵਾੜਾ ਤੋਂ, ਜਿਹੜੇ ਮੌਜੂਦਾ MC ਵੀ ਨੇ ਤੇ ਲੰਬੇ ਸਮੇਂ ਤੋਂ ਬਹੁਜਨ ਸਮਾਜ ਪਾਰਟੀ ਦੇ ਵਾਸਤੇ ਕੰਮ ਵੀ ਕਰਦੇ ਨੇ। ਔਰ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਜੀ ਤੇ ਨਾਲ ਮਿਸ਼ਨ ਦੀ ਜਿਹੜੀ ਗੱਲ ਹੈ ਉਹ ਵੀ ਵੱਖ-ਵੱਖ ਥਾਵਾਂ ਤੇ ਜਾ ਕੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ। ਔਰ ਬਹੁਤ ਵੱਡੇ ਪੱਧਰ ਤੇ ਇਹਨਾਂ ਨੇ ਆਪਣੇ ਪਿੰਡ ਹਦੀਆਬਾਦ ਦੇ ਅੰਦਰ, ਫਗਵਾੜਾ ਦੇ ਬਿਲਕੁਲ ਕੋਲ ਹਦੀਆਬਾਦ ਦੇ ਅੰਦਰ ਇੱਕ ਬਹੁਤ ਵੱਡੀ ਪਾਰਕ ਵੀ ਬਣਾਈ ਹੈ ਜਿੱਥੇ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਜੀ ਦਾ ਸਟੈਚੂ ਹੈ, ਸਾਹਿਬ ਸ਼੍ਰੀ ਕਾਂਚੀ ਰਾਮ ਜੀ ਦਾ ਤੇ ਹੋਰ ਬਹੁਤ ਸਾਰੇ ਰਹਿਬਰਾਂ ਦੇ ਸਟੈਚੂ ਨੇ ਜਿਹੜੇ ਬੋਲ ਕੇ ਦੱਸਦੇ ਨੇ ਕਿ ਸਾਡਾ ਅਸਲ ਰਸਤਾ ਕਿਹੜਾ, ਅਸਲ ਮਾਰਗ ਕਿਹੜਾ ਹੈ। ਆਓ ਆਪਾਂ ਉਹਨਾਂ ਨੂੰ ਮਿਲਦੇ ਹਾਂ। ਸਭ ਤੋਂ ਪਹਿਲਾਂ ਕੌਲ ਸਾਹਿਬ ਜੈ ਭੀਮ ਜੈ ਭਾਰਤ ਜੀ। ਜੈ ਭੀਮ ਜੈ ਭਾਰਤ ਜੀ। ਪਹਿਲਾਂ ਤਾਂ ਬਹੁਤ ਪੰਜਾਬੀ ਸਾਂਝ TV ਦਾ ਗੁੜਾ ਸਾਹਿਬ ਤੇ ਤੁਹਾਡੀ ਟੀਮ ਦਾ ਮੈਂ
ਬਹੁਤ ਬਹੁਤ ਧੰਨਵਾਦ ਕਰਦਾ ਜੀ, ਜਿਹੜਾ ਤੁਸੀਂ ਅੱਜ ਮੈਨੂੰ ਲੋਕਾਂ ਦੇ ਰੂਬਰੂ ਕਰਨ ਵਾਸਤੇ ਅੱਜ ਤੁਸੀਂ ਆਏ ਆ ਤੇ ਇੰਟਰਵਿਊ ਲੈਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ। ਕੌਲ ਸਾਹਿਬ, ਜਿਹੜੇ ਆਪਣੇ ਸਰੋਤੇ ਨੇ ਵੱਖ-ਵੱਖ ਦੇਸ਼ਾਂ ਦੇ ਵਿੱਚ ਬੈਠੇ ਨੇ, ਉਹ ਮਿਸ਼ਨ ਨਾਲ ਜੁੜੇ ਹੋਏ ਨੇ, ਪਾਰਟੀ ਨਾਲ ਜੁੜੇ ਹੋਏ ਨੇ, ਉਹ ਜਾਣਨਾ ਚਾਹੁੰਦੇ ਹੁੰਦੇ ਹਮੇਸ਼ਾ ਹੀ ਕਿ ਸਾਡੇ ਜਿਹੜੇ ਅੱਜ ਜਿਨ੍ਹਾਂ ਦੇ ਕੋਲ ਜ਼ਿੰਮੇਵਾਰੀਆਂ ਹੈਗੀਆਂ ਵੀ ਅਸੀਂ ਉਹਨਾਂ ਦੇ ਵਿਚਾਰ ਸੁਣੀਏ। ਬਹੁਤ ਸਾਰੇ ਸਾਡੇ ਜਿਹੜੇ ਸੁਨੇਹੀ ਹੈਗੇ ਨੇ, ਉਹਨਾਂ ਨੇ ਸਾਨੂੰ ਸੁਨੇਹਾ ਵੀ ਦਿੱਤਾ ਸੀਗਾ, ਉਹਨਾਂ ਨੇ ਕਾਲ ਕਰਕੇ ਵੀ ਕਿਹਾ ਕਿ ਕੌਲ ਸਾਹਿਬ ਜਿਹੜੇ ਨਵੇਂ ਜਨਰਲ ਸੈਕਟਰੀ ਬਣੇ ਨੇ ਪੰਜਾਬ ਦੇ, ਉਹਨਾਂ ਦੇ ਨਾਲ ਵਿਚਾਰ ਜਿਹੜੇ ਆ ਉਹ ਸਾਂਝੇ ਕਰਕੇ ਸਾਡੇ ਤੱਕ ਪਹੁੰਚਦੇ ਕਰੋ ਕਿ ਤਾਂ ਕਿ ਸਾਨੂੰ ਜਿਹੜੇ ਉਹਨਾਂ ਦੇ ਵਿਚਾਰਾਂ ਦਾ ਪਤਾ ਲੱਗ ਸਕੇ। ਤੇ ਇਸ ਕਰਕੇ ਅਸੀਂ ਪਹੁੰਚ ਕੀਤੀ ਸੀ। ਕੀ ਕਹਿਣਾ ਚਾਹੋਗੇ, ਜਿਵੇਂ ਤੁਹਾਨੂੰ ਨਵੀਂ ਜ਼ਿੰਮੇਵਾਰੀ ਜਿਹੜੀ ਦਿੱਤੀ ਆ ਬਹੁਤ ਅਹਿਮ, ਉਹ ਵੀ ਸੂਬੇ ਭਰ ਦੇ ਜਿਹੜੇ ਜਨਰਲ ਸੈਕਟਰੀ ਲਾਇਆ ਹੈਗਾ, ਤੇ ਇਹਦੇ ਲਈ ਤੁਹਾਨੂੰ ਕੀ ਲੱਗਦਾ ਹੈਗਾ? ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਆਪਣੇ ਪੰਜਾਬ ਹਾਈ ਕਮਾਂਡ ਦਾ, ਔਰ ਸਰਦਾਰ ਰਣਧੀਰ ਸਿੰਘ ਬੈਣੀਪਾਲ ਜੀ ਜਿਹੜੇ ਇੰਚਾਰਜ ਨੇ ਪੰਜਾਬ ਦੇ ਔਰ ਚੰਡੀਗੜ੍ਹ ਦੇ, ਔਰ ਉਹਨਾਂ ਦੇ ਨਾਲ ਵਿਪਲ ਕੁਮਾਰ ਜੀ ਜੋ ਸੂਬਾ ਇੰਚਾਰਜ ਨੇ, ਔਰ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਜੀ ਗੜ੍ਹੀ, ਜਿਨ੍ਹਾਂ ਨੇ ਅੱਜ ਮੈਨੂੰ ਇਸ ਜ਼ਿੰਮੇਵਾਰੀ ਤੇ ਪੰਜਾਬ ਦਾ ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਦਾ ਨਿਯੁਕਤ ਕੀਤਾ। ਤੇ ਮੈਂ ਉਹਨਾਂ ਦੇ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਭੈਣ ਕੁਮਾਰੀ ਮਾਇਆਵਤੀ ਜੀ ਦੇ ਨਿਰਦੇਸ਼ਾਂ ਮੁਤਾਬਕ ਜਿਹੜਾ ਅੱਜ ਮੈਨੂੰ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਦੂਸਰਾ, ਗੁੜਾ ਸਾਹਿਬ, ਤੁਸੀਂ ਜੋ NRI ਭਰਾਵਾਂ ਦੀ ਚਾਹਤ ਜ਼ਾਹਰ ਕੀਤੀ ਹੈ, ਪਹਿਲਾਂ ਤਾਂ ਮੈਂ ਉਹਨਾਂ ਸਾਰੇ ਵਿਦੇਸ਼ਾਂ ਵਿੱਚ ਰਹਿੰਦੇ ਹੋਏ ਪੰਜਾਬ ਵਾਸੀਆਂ ਨੂੰ ਇਸ ਗੱਲ ਲਈ ਵੀ ਵਧਾਈ ਦਿੰਦਾ ਹਾਂ ਜਿਹੜੀ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ, ਜਿਨ੍ਹਾਂ ਨੇ ਮੇਰੇ ਇਸ ਨਿਯੁਕਤੀ ਤੇ ਬਹੁਤ ਸਾਰੇ NRI ਭਰਾਵਾਂ ਨੇ ਜਿਹੜਾ ਇਸ ਨਿਯੁਕਤੀ ਦਾ ਸਵਾਗਤ ਕੀਤਾ ਔਰ ਪਾਰਟੀ ਹਾਈ ਕਮਾਂਡ ਦਾ ਸਵਾਗਤ ਕੀਤਾ, ਕਿਉਂਕਿ ਉਹਨਾਂ ਸਾਡੇ ਸਾਰੇ NRI ਭਰਾਵਾਂ ਦੇ ਵਿੱਚ ਜਿਹੜੇ UA ਟੀਮ ਆ, ਅਰਬ ਕੰਟਰੀਆਂ ਆ, ਯੂਰਪ ਦੀਆਂ ਕੰਟਰੀਆਂ ਔਰ ਵੱਡੀਆਂ ਕੰਟਰੀਆਂ, ਉਹਨਾਂ ਦੇ ਵਿੱਚ ਉਹ ਅੱਜ ਬੈਠੇ ਆ, ਕਿਉਂਕਿ ਭਾਰਤ ਦੇ ਵਿੱਚ ਜਿਹੜਾ ਬੇਰੁਜ਼ਗਾਰੀ ਹੋਣ ਕਰਕੇ ਉਹ ਆਪਣੇ ਵਿਦੇਸ਼ਾਂ ਦੇ ਵਿੱਚ ਜਾ ਕੇ ਵਸੇ ਆ, ਔਰ ਜਿਨ੍ਹਾਂ ਨੇ ਸਾਹਿਬ ਕਾਂਸ਼ੀ ਰਾਮ ਜੀ ਦੇ ਨਾਲ ਬਹੁਤੇ ਲੋਕ ਤਾਂ ਇੱਦਾਂ ਦੇ ਵੀ ਆ ਜਿਨ੍ਹਾਂ ਨੇ ਸਾਈਕਲ ਚਲਾਇਆ, ਔਰ ਇਸ ਮੂਵਮੈਂਟ ਨੂੰ ਜਿਹੜਾ ਉਭਾਰ ਦੇ ਵਿੱਚ ਲਿਆਉਣ ਦੇ ਵਿੱਚ ਉਹਨਾਂ ਸਾਡੇ NRI ਭਰਾਵਾਂ ਦਾ ਵੀ ਵੱਡਮੁੱਲਾ ਯੋਗਦਾਨ ਆ। ਅੱਜ ਵੀ ਉਹ ਅੱਜ ਪੂਰਾ ਟੇਕ ਲਾ ਕੇ ਬੈਠੇ ਆ ਕਿ ਸਾਡਾ ਸਮਾਜ ਕਿਤੇ ਨਾ ਕਿਤੇ ਇਕੱਠਾ ਹੋ ਕੇ ਇਹ ਵੀ ਸੱਤਾ ਦਾ ਸੁੱਖ ਭੋਗੇ, ਇਹ ਵੀ ਕਿਤੇ ਜਿੱਦਾਂ ਅਸੀਂ ਅੱਜ ਵਿਦੇਸ਼ਾਂ ਵਿੱਚ ਆ ਕੇ ਬੇਗਮਪੁਰੇ ਦੇ ਵਿੱਚ ਵੱਸਦੇ, ਬੇਗਮਪੁਰੇ 'ਚ ਰਹਿੰਦੇ ਆ ਕਿਉਂਕਿ ਉੱਥੇ ਬੇਗਮਪੁਰਾ ਆ, ਔਰ ਰੋਟੀ ਕੱਪੜਾ ਮਕਾਨ ਸਨਮਾਨ ਦੀ ਕੋਈ ਕਮੀ ਨਹੀਂ ਹੈ। ਤੇ ਉਹ ਵੀ ਉਹਨਾਂ ਦੀ ਵੀ ਚਾਹਤ ਹੈ ਕਿ ਅੱਜ ਅਸੀਂ ਅੱਜ ਪੰਜਾਬ ਦੇ ਵਿੱਚੋਂ ਵੀ ਬੇਗਮਪੁਰਾ ਬਣੇ, ਕਿਉਂਕਿ ਸੱਤਾ ਜਿਹੜੀ ਹੈ ਗਰੀਬ ਲੋਕਾਂ ਦੇ ਕਿਰਤੀ ਕਾਮਿਆਂ ਦੇ ਹੱਥ ਵਿੱਚ ਆਵੇ, ਤੇ ਇਹ ਜਿਹੜੇ ਮੰਗਣ ਵਾਲੇ ਲੋਕ ਹੈ ਇਹ ਵੀ ਜਿਹੜਾ ਇਹ ਵੰਡਣ ਵਾਲੇ ਬਣ। ਤਾਂ ਇਸ ਕਰਕੇ ਉਹਨਾਂ ਸਾਰੇ ਭਰਾਵਾਂ ਦਾ ਮੈਂ ਧੰਨਵਾਦੀ ਵੀ ਹਾਂ, ਤੇ ਜਿਹੜੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਉਹ ਜ਼ਿੰਮੇਵਾਰੀ ਮੈਂ ਤਨਦੇਹੀ ਨਾਲ ਨਿਭਾਵਾਂਗਾ, ਔਰ ਇਹ ਉਮੀਦ ਵੀ ਕਰਦੇ ਹਾਂ ਕਿਉਂਕਿ ਅੱਜ ਜਿਹੜਾ ਝੰਡਾ ਡੰਡਾ ਔਰ ਪਾਰਟੀ ਦਾ ਮਿਸ਼ਨ ਆ ਉਹਦੇ ਵਿੱਚ ਉਹ ਸਾਡੇ ਜਿਹੜੇ ਭਰਾ ਆ ਉਹਨਾਂ ਦੀ ਜਿਹੜੀ ਹੈ ਆਪਣੀ ਕਿਰਤ ਕਮਾਈ ਦਾ ਵੱਡਮੁੱਲਾ ਯੋਗਦਾਨ ਪੈਂਦਾ, ਤੇ ਜਿਹਦੇ ਨਾਲ ਇਹ ਮੂਵਮੈਂਟ ਅੱਜ ਜਿੰਦਾ ਆ। ਬਿਲਕੁਲ ਜੀ, ਇਹ ਬਹੁਤ ਸਾਰੇ NRI ਸੱਜਣ ਇਲੈਕਸ਼ਨ ਦੌਰਾਨ ਵੀ ਤਾਂ ਸਮੇਂ-ਸਮੇਂ ਵੀ ਮਿਸ਼ਨਰੀ ਲੋਕ ਜਿਹੜੇ ਆ ਉਹ ਉਹਨਾਂ ਦੇ ਹਰ ਦੁੱਖ ਤਕਲੀਫ ਦੇ ਵਿੱਚ ਕੰਮ ਵੀ ਆਉਂਦੇ ਨੇ, ਪਾਰਟੀ ਫੰਡ ਵੀ ਭੇਜਦੇ ਨੇ, ਤਾਂ ਬੜਾ ਉਹ ਆਪਣਾ ਹਿੱਸਾ ਪਾਉਂਦੇ ਨੇ। ਕੱਲ ਕਿੱਥੇ ਖੜੀ ਰਹਿ ਜਾਂਦੀ ਹੈ, ਜਿਵੇਂ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਨੇ ਇਹ ਉਪਰਾਲਾ ਕੀਤਾ ਸੀਗਾ, ਉਹਨਾਂ ਨੇ ਮੂਵਮੈਂਟ ਖੜੀ ਕੀਤੀ ਸੀਗੀ, ਤਾਂ ਉਸ ਵੇਲੇ ਬਹੁਤ ਸਾਰੇ MLA ਸਾਹਿਬਾਨ ਜਿਹੜੇ ਆਪਣੇ ਇਸ ਬਹੁਜਨ ਸਮਾਜ ਪਾਰਟੀ ਦੇ ਵਿੱਚੋਂ ਜਿੱਤੇ ਸੀ, ਸ਼ਾਇਦ 1991 ਦੇ ਵਿੱਚ 9 MLA, ਉਦੋਂ ਬਾਅਦ ਦੇ ਵਿੱਚ 000 ਕਿਉਂ ਰਹਿ ਗਈ? ਚਲੋ ਖੈਰ ਉਹ ਗੱਲ ਤੇ ਚਰਚਾ ਨਹੀਂ ਕਰਦੇ, ਤੇ ਪਰ ਇਹ ਤੁਸੀਂ ਇਹਦੇ ਵਿੱਚ ਕੀ ਯੋਗਦਾਨ ਪਾਓਗੇ ਤਾਂ ਕਿ ਜਿਹੜੇ 2022 ਦੇ ਨਤੀਜੇ ਜਿਹੜੇ ਆ ਉਹ ਪੋਜ਼ਿਟਿਵ ਤੇ ਚੰਗੇ ਆ ਸਕਣ? ਦੇਖੋ, ਬਹੁਜਨ ਸਮਾਜ ਪਾਰਟੀ ਦਾ ਜਿਹੜਾ ਨਾਅਰਾ ਆ ਉਹ ਹੈ ਜਿੰਨੀ ਜਿਨ੍ਹਾਂ ਦੀ ਸੰਖਿਆ ਭਾਰੀ ਉਨੀ ਉਹਨਾਂ ਦੀ ਹਿੱਸੇਦਾਰੀ, और जो बहुजन की बात करेगा वो दिल्ली पे राज करेगा। ਜਿਹੜਾ ਸਾਡਾ ਗਣਿਤ ਆ ਜਿਹਦੇ ਨਾਲ ਜਾਤੀ ਜਿਹੜੀ ਹੈ ਉਹ ਬਣਾਈ ਆ ਮਨੂਵਾਦ ਨੇ, ਸਾਡੀ ਲੜਾਈ ਜਾਤ ਪਾਤ ਨੂੰ ਖਤਮ ਕਰਨ ਦੀ ਆ। ਤੇ ਸਾਹਿਬ ਕਾਂਸ਼ੀ ਰਾਮ ਜੀ ਨੇ ਇਹ ਜਿਹੜੀ ਮੂਵਮੈਂਟ ਹੈ ਜਾਤ ਤੋੜੋ ਤੇ ਸਮਾਜ ਜੋੜੋ ਦਾ ਕਨਸੈਪਟ ਲੈ ਕੇ ਤੁਰੇ ਆ। ਤੇ ਪੰਜਾਬ ਦੇ ਵਿੱਚ ਆਲਰੇਡੀ ਜਿਹੜਾ ਸ਼ਡਿਊਲ ਕਾਸਟ ਦੀ ਗਿਣਤੀ 36% ਹੈ और जिहड़ा सिख है ये भी इन्हें बगावत की है और बगावत मनुवाद के खिलाफ की है। तो फिर यदी सांझ जिहड़ी है वो बहुजन समाज के नाल बनती है। तो इस करके जे
ਇਹ ਕੰਬਾਈਨ ਸਾਡਾ ਬਣਦਾ ਤੇ ਅਸੀਂ ਜੁਆਇੰਟ ਹੁੰਦੇ ਆ, ਅਸੀਂ ਵਾਕਿਆ ਹੀ ਜਿਹੜਾ ਅੱਜ ਭਾਰਤ ਦੇ ਵਿੱਚ ਬੀਜੇਪੀ ਆਰਐਸਐਸ ਏਜੰਡਾ ਲੈ ਕੇ ਚੱਲੀ ਹੋਈ ਹੈ ਕਿ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ, ਦੇਸ਼ ਦੇ ਵਿੱਚੋਂ ਬਾਕੀ ਸਾਰੇ ਖਤਮ ਕਰਨੇ ਆ। ਜਿਵੇਂ ਅੱਜ ਤੁਸੀਂ ਦੇਖਦੇ ਆ ਕਿ ਜਿਹੜਾ ਸਿੱਖ ਆ ਉਹ ਵੀ ਵਿਚਾਰਧਾਰਕ ਤੌਰ ਤੇ ਉਹਨਾਂ ਦੀ ਜਿਹੜੀ ਗਿਣਤੀ ਕਮੀ ਆਈ ਆ, ਉਹ ਵੀ ਇੱਕ ਕਿਸਮ ਦਾ ਜਿਹੜਾ ਮਨੂਵਾਦ ਨੇ ਨਿਗਲ ਲਿਆ। ਤੇ ਇਸ ਕਰਕੇ ਜੇ ਅਸੀਂ ਚਾਹੁੰਦੇ ਆ ਵੀ ਗੁਰੂ ਦੀ ਸੋਚ ਖਤਮ ਨਾ ਹੋਵੇ, ਗੁਰੂ ਦੀ ਜਿਹੜਾ ਆ ਉਹ ਗੁਰੂ ਨੇ ਆਪ ਸਾਂਝ ਜਿਹੜੀ ਹੈ ਗਰੀਬਾਂ ਨਾਲ ਪਾਈ ਆ। ਗੁਰੂ ਨਾਨਕ ਦੇਵ ਜੀ ਕਹਿੰਦੇ ਇਨ ਮਤਲਬ ਨੀਚਾ ਅੰਦਰ ਨੀਚ ਜਾਤ, ਨੀਚੀ ਹੋਤ ਨੀਚ, ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸੋ ਕਰੀਸ। ਤੇ ਜਿਹੜੇ 10ਵੇਂ ਗੁਰੂ ਆ ਉਹ ਵੀ ਕਹਿੰਦੇ ਆ ਵੀ ਇਨ ਗਰੀਬ ਸਿੱਖਣ ਕੋ ਮੈਂ ਦੂੰ ਪਾਤਸ਼ਾਹੀ ਯਾਦ ਕਰੇ ਅਮਰੀ ਕਰਿਆ। ਜੇ ਸਾਡੇ ਗੁਰੂ ਇਹ ਗੱਲ ਕਹਿੰਦੇ ਸੀ ਤੇ ਕਿਉਂ ਨਹੀਂ ਅਸੀਂ ਬਹੁਜਨ ਸਮਾਜ ਤੇ ਜਿਹੜਾ ਆ ਆਪਣਾ ਸਿੱਖ ਇਸ ਗਰੀਬ ਭਾਈਚਾਰੇ ਨੂੰ ਗਲ ਨਾਲ ਲਾ ਕੇ ਅਸੀਂ ਇਕੱਠੇ ਹੋ ਕੇ ਆਪਣੇ ਜਿਹੜਾ ਆ ਗੁਰੂਆਂ ਦੀ ਸੋਚ ਨੂੰ ਬਚਾਉਂਦੇ। ਇਸ ਕਰਕੇ ਜਿਹੜੀ ਅੱਜ ਮੈਨੂੰ ਜ਼ਿੰਮੇਵਾਰੀ ਦਿੱਤੀ ਆ, ਅਸੀਂ ਗੁਰੂਆਂ ਦੇ ਕਨਸੈਪਟ ਨੂੰ ਲੈ ਕੇ ਸਮਾਜ ਵਿੱਚ ਜਾਵਾਂਗੇ ਔਰ ਬਹੁਜਨ ਸਮਾਜ ਨੂੰ ਜਾਗਰਤ ਕਰਾਂਗੇ। ਬਈ ਭਲਿਓ ਮਾਨਸੋ, ਅਗਰ ਤੁਸੀਂ ਦੇਸ਼ ਦੇ ਵਿੱਚ ਆਪਣੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸੰਵਿਧਾਨ ਨੂੰ ਬਚਾਉਣਾ ਆ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਇਹ ਜਿਹੜਾ ਸੰਵਿਧਾਨ ਹੈ ਇਹ ਗੁਰੂ ਦੀ ਸੋਚ ਹੈ। ਕਿਉਂਕਿ ਜਿਹੜੀ ਆਪਾਂ ਜਦੋਂ ਵੀ ਪੰਜਾਬ ਅੰਦਰ ਅਰਦਾਸਾਂ ਸੁਣਦੇ ਹਾਂ ਬਈ ਨਿਮਾਣਿਆਂ ਦੇ ਨੂੰ ਮਾਣ, ਨਪੱਤਿਆਂ ਦੀ ਪੱਤ, ਇਹ ਜਿਹੜੀ ਪੱਤ ਆ ਸਾਡੀ ਇਹ ਤਾਂ ਹੀ ਬਚਣੀ ਆ ਕਿਉਂਕਿ ਅੱਜ ਕਰੋਨਾ ਵਾਇਰਸ ਦੇ ਵਿੱਚ ਇਹ ਜਿਹੜੀ ਪੱਤ ਆ ਇਹ ਸਾਡੀ ਬਚੀ ਨਹੀਂ, ਕਿਉਂਕਿ ਕਿਸੇ ਗਰੀਬ ਦੀ ਪੁੱਛ ਪੜਤਾਲ ਨਹੀਂ ਹੋਈ ਔਰ ਲੋਕ ਜਿਹੜੇ ਸੜਕਾਂ ਤੇ ਰੁਲਦੇ ਨਜ਼ਰ ਆਏ ਆ। ਲੋਕਾਂ ਦੇ ਪੈਰ ਜਿਹੜੇ ਆ ਉਹ ਪੈਰਾਂ ਦੇ ਵਿੱਚ ਕਿੰਨੇ ਜਿਹੜੇ ਚੀਰ ਪਾੜ ਉਹ ਧੁੱਪ ਦੇ ਨਾਲ ਪਾਟੇ ਔਰ ਸੜਕਾਂ ਦੇ ਉੱਤੇ ਹੀ ਜਿਹੜੀਆਂ ਮੌਤਾਂ ਹੋਈਆਂ, ਸਾਈਕਲਾਂ 'ਤੇ ਲੱਦ ਕੇ ਲੋਕ ਜਿਹੜੇ ਮੌਤਾਂ ਲਿਜਾਂਦੇ ਨਜ਼ਰ ਆਏ ਆ ਔਰ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਆ ਇਹਨਾਂ ਦੇ ਡਿਲੀਵਰੀ ਕੇਸ ਸੜਕਾਂ 'ਤੇ ਹੁੰਦੇ ਨਜ਼ਰ ਆਏ ਆ। ਤੇ ਇਸ ਕਰਕੇ ਜਿਹੜਾ ਆ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਸੀ ਪਰ ਕੋਈ ਸਰਕਾਰ ਨੇ ਜ਼ਿੰਮੇਵਾਰੀ ਨਹੀਂ ਨਿਭਾਈ। ਤੇ ਹੁਣ ਸਾਡੀ ਕੀ ਜ਼ਿੰਮੇਵਾਰੀ ਬਣਦੀ ਆ ਬਈ ਜੇ ਅਸੀਂ ਨਿਮਾਣਿਆਂ ਦਾ ਮਾਣ ਰੱਖਣਾ, ਨਪੱਤਿਆਂ ਦੀ ਪੱਤ ਨੂੰ ਬਚਾਉਣਾ, ਔਰਤਾਂ ਦੀ ਜਿਹੜੀ ਆ ਬੇਇੱਜ਼ਤੀ ਆ ਇਹਨੂੰ ਬਚਾਉਣਾ ਆ ਤੇ ਇਸ ਕਰਕੇ ਸਾਨੂੰ ਹਉਮੈ ਤਿਆਗਣੀ ਪਏਗੀ। ਸਾਨੂੰ ਜਿਹੜਾ ਆ ਜਾਤੀ ਦਾ ਹੰਕਾਰ ਛੱਡ ਕੇ ਸਾਨੂੰ ਜਿਹੜਾ ਜਾਤੀ ਤੋੜ ਕੇ ਇੱਕ ਦੂਸਰੇ ਨਾਲ ਭਾਈਚਾਰਾ ਬਣਾਉਣਾ ਪਏਗਾ ਤੇ ਜਿਹਦੇ ਨਾਲ ਸਾਡੀ ਜਿਹੜੀ ਹੈ ਵੋਟ ਸ਼ਕਤੀ ਆਪਣੇ ਆਪ ਇਕੱਠੀ ਹੋ ਜਾਣੀ ਆ। ਫਿਰ ਨਿੱਜ ਬਲ ਜਿਹੜਾ ਸਾਡਾ ਉਹਦਾ ਅਸੀਂ ਸਹੀ ਇਸਤੇਮਾਲ ਕਰਕੇ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿੱਜ ਬਲ ਸੇ ਲੈ ਹੈ। ਅਸੀਂ ਸਮਝ ਗਏ ਅੱਜ ਦੇ ਹਾਲਾਤਾਂ ਮੁਤਾਬਕ ਕਰੋਨਾ ਵਾਇਰਸ ਦੇ ਜਿਹੜਾ ਇਸ ਵੇਲੇ ਕਹਿਰ ਵਾਪਰਿਆ ਤੇ ਫਿਰ ਸਾਨੂੰ ਚੰਡੀਗੜ੍ਹ ਤੇ ਕਬਜ਼ਾ ਕਰਨ ਤੋਂ ਕੋਈ ਰੋਕ ਨਹੀਂ ਸਕਦਾ। ਕੌਣ ਸਾਹਿਬ ਇਹਦੇ ਵਿੱਚ ਜਿਵੇਂ ਸਾਡੇ ਰਹਿਬਰਾਂ ਨੇ ਵੀ ਦੁਹਾਈ ਦਿੱਤੀ ਹੈ, ਸਾਡੇ ਗੁਰੂਆਂ ਨੇ ਵੀ ਕਿਹਾ ਹੈਗਾ ਆ, ਬਾਣੀ ਦੇ ਵਿੱਚ ਵੀ ਕਿਹਾ, ਪੈਰ ਪੈਰ ਤੇ ਕਿਹਾ ਹੈਗਾ, ਪਰ ਇਹਦੇ ਵਿੱਚ ਤੁਹਾਡੇ ਵੱਲੋਂ ਇਹ ਗੱਲ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਕਿੱਥੇ ਕਮੀ ਰਹਿ ਗਈ ਤਾਂ ਕਿ ਲੋਕ ਅਜੇ ਤੱਕ ਕਿਉਂ ਨਹੀਂ ਸਮਝ ਸਕੇ ਇਹ ਬੇਗਮਪੁਰੇ ਦਾ ਕਨਸੈਪਟ, ਇਹ ਬਰਾਬਰਤਾ ਵਾਲੇ ਰਾਜ ਦਾ ਕਨਸੈਪਟ, ਇਹ ਪਾਤਸ਼ਾਹੀਆਂ ਦਾ ਕਨਸੈਪਟ, ਇਹ ਲੋਕ ਆਪਣੇ ਹੱਥਾਂ ਦੇ ਵਿੱਚ ਰਾਜ ਕਿਉਂ ਨਹੀਂ ਲੈਣਾ ਚਾਹੁੰਦੇ? ਲੋਕਾਂ ਨੂੰ ਤੁਸੀਂ ਸਮਝਾ ਕਿਉਂ ਨਹੀਂ ਸਕੇ ਹਜੇ ਤੱਕ? ਇਹ ਬਹੁਤ ਸਾਰੀਆਂ ਕਿਤੇ ਨਾ ਕਿਤੇ ਕਮੀਆਂ ਰਹੀਆਂ ਕਿਉਂਕਿ ਸਾਹਿਬ ਕਾਂਸ਼ੀ ਰਾਮ ਜੀ ਕਹਿੰਦੇ ਹੁੰਦੇ ਸੀ ਕਿ ਮਜ਼ਬੂਤ ਸੰਗਠਨ ਦੇ ਬਗੈਰ ਕੋਈ ਲੜਾਈ ਜਿੱਤੀ ਨਹੀਂ ਜਾ ਸਕਦੀ। ਇਸ ਕਰਕੇ ਸੰਗਠਨ ਦੀ ਮਜ਼ਬੂਤੀ ਬਹੁਤ ਜ਼ਰੂਰੀ ਹੈ। ਅਸੀਂ ਜਿਹੜਾ ਆ ਜਦੋਂ ਆਪਣੇ ਵਾਸਤੇ ਲੜਾਈ ਲੜਦੇ ਰਹਿੰਦੇ ਆ ਤੇ ਅਸੀਂ ਟਾਰਗੇਟ ਤੋਂ ਭਟਕ ਜਾਂਦੇ ਆ। ਤਾਂ ਸਾਨੂੰ ਜਿਹੜਾ ਆ ਦੁਸ਼ਮਣ ਦੇ ਨਾਲ ਲੜਾਈ ਲੜਨੀ ਚਾਹੀਦੀ ਹੈ ਸਮਾਜ ਦੇ ਹਿੱਤ ਲਈ, ਕਿਉਂਕਿ ਜਦੋਂ ਅਸੀਂ ਬਹੁਜਨ ਸਮਾਜ ਪਾਰਟੀ ਹੈ ਤੇ ਬਹੁਜਨ ਸਮਾਜ ਬਣਾਉਣਾ ਪਊਗਾ। ਬਹੁਜਨ ਸਮਾਜ ਜਿਹੜਾ ਆ ਉਹ ਜਾਤੀ ਤੋੜੋ ਤੇ ਸਮਾਜ ਜੋੜੋ ਦੇ ਨਾਲ ਬਣਨਾ। ਇਸ ਕਰਕੇ ਅੱਜ ਸਾਨੂੰ ਜਿਹੜਾ ਆ ਇਹ OBC ਦੇ ਨੂੰ ਨਾਲ ਜੋੜਨਾ ਪਏਗਾ, ਜਿਹੜਾ ਜੱਟ ਭਾਈਚਾਰਾ ਆ ਉਹਨੂੰ ਵੀ ਨਾਲ ਜੋੜਨਾ ਪਏਗਾ, ਜਿਹੜੇ ਸਾਡੇ ਹੋਰ ਗਰੀਬ ਅੱਪਰ ਕਾਸਟ ਦੇ ਜਿਹੜੇ ਗਰੀਬ ਲੋਕ ਆ ਜਿਹੜੇ ਇਹ ਸਮਝਦੇ ਆ ਬਈ ਸਾਨੂੰ ਵੀ ਜਿਹੜਾ ਸਰਕਾਰ ਵੱਲੋਂ ਕੁਝ ਮਿਲੇ, ਪਰ ਉਹਨਾਂ ਨੂੰ ਵੀ ਸਰਕਾਰਾਂ ਨੇ ਮਨੂਵਾਦੀਆਂ ਨੇ ਅੱਪਰ ਕਾਸਟ ਦੇ ਲੋਕਾਂ ਨੂੰ ਵੀ ਕੁਝ ਨਹੀਂ ਦਿੱਤਾ ਕਿਉਂਕਿ ਉਹ ਜਿਹੜੀਆਂ ਸਰਕਾਰਾਂ ਕਾਂਗਰਸ ਹੈ ਜਾਂ BJP ਹੈ ਇਹ ਪੂੰਜੀਪਤੀਆਂ ਦੀਆਂ ਸਰਕਾਰਾਂ ਬਣੀਆਂ। ਇਹ ਜਿਹੜਾ ਲੋਟੂ ਟੋਲੇ ਆ ਜਿਹੜੇ MP ਦੀਆਂ ਇਲੈਕਸ਼ਨਾਂ ਦੇ ਵਿੱਚ
ਪੂਰਾ ਪੈਸਾ ਖਰਚ ਕਰਕੇ ਐਮਪੀ ਖਰੀਦ ਕੇ ਉਹ ਬਣਾਉਂਦੇ ਆ ਤੇ ਵੋਟ ਦੀ ਲੁੱਟ ਹੁੰਦੀ ਆ, ਲੁੱਟਿਆ ਜਾਂਦਾ। ਚਾਹੇ ਉਹ ਛੋਟੇ ਛੋਟੇ ਲਾਲਚ ਦਿੱਤੇ ਜਾਂਦੇ ਆ, ਚਾਹੇ ਨਸ਼ੇ ਵੇਚੇ ਜਾਂਦੇ ਆ। ਇਹਨਾਂ ਦੇ ਨਾਲ ਇਹ ਪੂੰਜੀਪਤੀਆਂ ਦੀਆਂ ਸਰਕਾਰਾਂ ਬਣਦੀਆਂ ਚੰਦ ਲੋਕਾਂ ਦੀਆਂ। ਲੇਕਿਨ ਚਾਹੇ ਅੱਪਰ ਕਾਸਟ ਦਾ ਗਰੀਬ ਆ, ਚਾਹੇ ਜਿਹੜਾ ਆ ਹੋਰ ਸਾਡੇ OBC ਗਰੀਬ ਆ ਤੇ ਦਲਿਤ ਭਾਈਚਾਰਾ ਗਰੀਬ ਆ, ਇਹਨਾਂ ਦੇ ਹਿੱਤ ਵਿੱਚ ਕੰਮ ਨਹੀਂ ਕੀਤੇ ਜਾਂਦੇ। ਇਸ ਕਰਕੇ ਤੁਸੀਂ ਦੇਖ ਲਓ ਜਿਹੜੇ ਸਰਕਾਰੀ ਆંકੜੇ ਕਢਾ ਕੇ ਦੇਸ਼ ਦੇ ਵਿੱਚ ਹੁਣ ਜਿਹੜਾ RTI ਦੇ ਤਹਿਤ ਸਭ ਕੁਝ ਨਿਕਲਦਾ ਵੀ ਕੈਬਨਿਟ ਦੇ ਵਿੱਚ ਕੌਣ ਬੈਠੇ ਆ, ਜੁਡੀਸ਼ੀਅਲ 'ਚ ਕੌਣ ਬੈਠੇ ਆ, ਔਰ ਜਿਹੜੇ ਸਾਡੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਕੌਣ ਬੈਠੇ ਆ, ਤੇ ਮਿਲਿਆ ਕਿਸੇ ਨੂੰ ਕੀ ਆ। ਸਭ ਇਹ ਤੇ ਸਭ ਨੂੰ ਪਤਾ ਹੈ ਕਿ ਸਰਕਾਰੇ ਦੁਆਰੇ ਜਿਹੜੇ ਰਾਜਕਰਤਾ ਲੋਕ ਨੇ ਉਹ ਕੌਣ ਨੇ, ਪ੍ਰਸ਼ਾਸਨ ਦੇ ਵਿੱਚ ਕੌਣ ਬੈਠੇ ਨੇ, ਜੁਡੀਸ਼ੀਅਲ 'ਚ ਕੌਣ ਬੈਠੇ ਨੇ, ਲੋਕ ਚੰਗੀ ਤਰ੍ਹਾਂ ਜਾਣਦੇ ਨੇ। ਪਰ ਉੱਥੇ ਤੁਸੀਂ ਆਪਣੇ ਸਮਾਜ ਨੂੰ ਕਿਉਂ ਨਹੀਂ ਲੈ ਕੇ ਜਾਂਦੇ? ਉਹ ਕਿਵੇਂ ਉਪਰਾਲਾ ਉਹ ਕੌਣ ਕਰੇਗਾ? ਅਸੀਂ ਹੁਣ ਹਰ ਹੀਲੇ ਸਾਡਾ ਜਿਹੜਾ ਟਾਰਗੇਟ ਆ ਉਹ 2022 ਦੇ ਉੱਤੇ ਅਸੀਂ ਪੂਰਾ ਕਨਸੈਂਟਰੇਟ ਕਰਾਂਗੇ। ਔਰ ਜਿਹੜੇ ਸਾਡੇ ਰੁੱਸੇ ਆਪਣੇ ਵੀ ਆ ਇਹਨਾਂ ਨੂੰ ਵੀ ਅਸੀਂ ਪੂਰਾ ਕੋਸ਼ਿਸ਼ ਕਰਕੇ ਮਨਾਵਾਂਗੇ ਵੀ ਭਲਿਓ ਮਾਨਸੋ ਇਹ ਲੜਾਈ ਸਮਾਜ ਹਿੱਤ ਲਈ ਆਪਾਂ ਨੂੰ ਆਪਣੇ ਜਿਹੜੇ ਛੋਟੇ ਛੋਟੇ ਲਾਲਚ ਆ, ਹਿੱਤ ਆ, ਉਹ ਛੱਡਣੇ ਪੈਣਗੇ ਔਰ ਸਮਾਜ ਦੇ ਲਈ ਆਪਾਂ ਨੂੰ ਮਜ਼ਬੂਤ ਹੋਣਾ ਪਏਗਾ। ਜੇ ਸਾਡੀ ਮਜ਼ਬੂਤੀ ਹੋਗੀ ਤੇ ਮਜ਼ਬੂਤ ਦੇ ਨਾਲ ਦੁਸ਼ਮਣ ਵੀ ਕਈ ਦੂਸਰੀਆਂ ਜਿਹੜੀਆਂ ਹਮ ਖਿਆਲੀ ਪਾਰਟੀਆਂ ਉਹ ਮਜਬੂਰ ਹੁੰਦੀਆਂ ਸਮਝੌਤਾ ਕਰਨ ਲਈ। ਇਸ ਕਰਕੇ ਅਸੀਂ ਜਿਹੜਾ ਆ ਉਹ ਕਿਸੇ ਨਾ ਕਿਸੇ ਕਾਂਗਰਸ BJP ਤੋਂ ਛੁਟਕਾਰਾ ਪਾਉਣ ਵਾਸਤੇ ਅਸੀਂ ਸਾਰੀਆਂ ਹਮ ਖਿਆਲੀ ਪਾਰਟੀਆਂ ਨਾਲ ਅਸੀਂ ਰਸਤੇ ਖੁੱਲ੍ਹੇ ਰੱਖ ਕੇ ਵੀ ਅਸੀਂ ਆਪਣੇ ਸੰਗਠਨ ਨੂੰ ਮਜ਼ਬੂਤ ਕਰਕੇ ਚੰਡੀਗੜ੍ਹ ਦਾ ਟਾਰਗੇਟ ਜਿਹੜਾ ਉਹ ਪੂਰਾ ਕਰਾਂਗੇ। ਕੌਲ ਸਾਹਿਬ, ਜਿਵੇਂ ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਦੇ ਅੰਦਰ ਬਹੁਤ ਸਾਰੇ ਉਹ ਸਮਾਜ ਦੇ ਹੀਰੇ, ਆਪਣੇ ਸਮਾਜ ਦੇ ਲੋਕ ਜਿਨ੍ਹਾਂ ਨੇ ਨਾਲ ਬਹੁਤ ਸਾਰੇ ਲੋਕ ਜੁੜੇ ਹੁੰਦੇ ਨੇ ਜਾਂ ਜਿਨ੍ਹਾਂ ਨੇ ਪਹਿਲੇ ਸਮੇਂ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਮਿਹਨਤ ਕੀਤੀ ਹੈ, ਉਹ ਵੀ ਆਪਣੇ ਸਮਾਜ ਦਾ ਹਿੱਸਾ ਨੇ। ਉਹ ਬਹੁਤ ਸਾਰੇ ਉਹ ਲੋਕ ਨੇ ਜਿਹੜੇ ਅਗਵਾਈ ਕਰਨ ਵਾਲੇ ਲੋਕ ਨੇ। ਉਹਨਾਂ ਨੇ ਬਹੁਤ ਸਾਰਿਆਂ ਨੇ ਗੁੱਸਾ ਜ਼ਾਹਰ ਕੀਤਾ ਹੈ ਸੂਬਾ ਪ੍ਰਧਾਨ ਦੇ ਖਿਲਾਫ, ਜਾਂ ਬਹੁਤ ਸਾਰਿਆਂ ਨੇ ਅਸਤੀਫੇ ਵੀ ਦਿੱਤੇ ਹੈਗੇ ਨੇ। ਉਹਨਾਂ ਨੂੰ ਮਨਾਉਣ ਦੇ ਲਈ ਤੁਸੀਂ ਕੀ ਉਪਰਾਲੇ ਕਰੋਗੇ? ਅਸੀਂ ਉਹਨਾਂ ਦੇ ਕੋਲ ਜਾਵਾਂਗੇ ਬਈ ਭਲਿਓ ਮਾਨਸੋ ਤੁਸੀਂ ਬਹੁਤ ਸਾਡੇ ਰਿਸਪੈਕਟਡ ਆ। ਆਪਾਂ ਨੂੰ ਕਿਉਂਕਿ ਜਿਹੜੀ ਪਾਰਟੀ ਹੈ ਇੱਕ ਸਮੁੰਦਰ ਹੈ। ਬਹੁਜਨ ਸਮਾਜ ਪਾਰਟੀ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਇੱਕ ਬਹੁਤ ਵੱਡਾ ਜਿਹੜਾ ਬਦਲਾਅ ਕੀਤਾ। ਜਦ ਕਿ 16 ਪਾਰਟੀਆਂ ਸੀ ਪਹਿਲਾਂ ਨੈਸ਼ਨਲ ਪਾਰਟੀਆਂ, ਤੇ ਸਾਹਿਬ ਕਾਂਸ਼ੀ ਰਾਮ ਨੇ ਦੇਸ਼ ਦੇ 3 ਨੰਬਰ ਦੀ ਪਾਰਟੀ ਇਹਨੂੰ ਬਣਾਇਆ ਔਰ ਉਹਦੇ ਉੱਤਰਾਧਿਕਾਰੀ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਬਣਾਇਆ। ਬਈ ਆਪਾਂ ਨੂੰ ਇਸ ਪਾਰਟੀ ਦੇ ਕਰਕੇ ਹੀ ਵੱਡੇ ਵੱਡੇ ਸਨਮਾਨ ਮਿਲੇ, ਵੱਡੇ ਵੱਡੇ ਰੁਤਬੇ ਮਿਲੇ। ਆਪਾਂ ਨੂੰ MLA ਵੀ ਲੜਾਇਆ ਗਿਆ, MP ਦੀਆਂ ਟਿਕਟਾਂ ਵੀ ਮਿਲਦੀਆਂ। ਇਹ ਇੱਕ ਪਾਰਟੀ ਇੱਕ ਆਪਣਾ ਘਰ ਬਣਾ ਕੇ ਦਿੱਤਾ। ਜੇ ਅਸੀਂ ਇਸ ਘਰ ਨੂੰ ਅਸੀਂ ਪਹਿਲਾਂ ਸਨਮਾਨ ਮਿਲਦਾ, ਫਿਰ ਅਸੀਂ ਆਪੇ ਹੀ ਜਦੋਂ ਕਿਤੇ ਬਦਲਾਓ ਜਿਹੜਾ ਆ ਇਹ ਕੁਦਰਤ ਦੀ ਦੇਣ ਹੈ। ਕਿਉਂਕਿ ਬਦਲਾਓ ਹੁੰਦਾ ਪਾਰਟੀਆਂ 'ਚ ਹੁੰਦਾ, ਸਿਸਟਮ 'ਚ ਹੁੰਦਾ, ਜਿਹੜਾ ਜੁਡੀਸ਼ੀਅਲ 'ਚ ਹੁੰਦਾ, ਪੁਲਿਸ ਡਿਪਾਰਟਮੈਂਟ ਆ ਉਹ 'ਚ ਵੱਡੇ ਵੱਡੇ ਬਦਲਾਓ ਆਉਂਦੇ ਆ। ਤੇ ਲੇਕਿਨ ਜਦੋਂ ਬਦਲਾਓ ਆਉਂਦੇ ਆ ਤਾਂ ਇਹਦਾ ਇਹ ਮਤਲਬ ਨਹੀਂ ਹੁੰਦਾ ਜਿਹੜਾ ਸਾਡਾ ਘਰ ਆ ਅਸੀਂ ਉਸ ਨੂੰ ਤਬਾਹ ਕਰਨਾ ਸ਼ੁਰੂ ਕਰ ਦਈਏ। ਜਿਹੜੀਆਂ ਕੋਈ ਮਾੜੀਆਂ ਮੋਟੀਆਂ ਰੰਜਿਸ਼ਾਂ ਉਹ ਸਾਨੂੰ ਅੰਦਰ ਬੈਠ ਕੇ ਹੱਲ ਕਰਨਾ ਚਾਹੀਦਾ। ਅਸੀਂ ਵੀ ਉਪਰਾਲੇ ਮੇਰੀ ਵੀ ਜ਼ਿੰਮੇਵਾਰੀ ਲੱਗੀ ਆ। ਮੈਂ ਵੀ ਜਿੱਥੇ ਜਿੱਥੇ ਸਾਡੇ ਸਾਥੀ ਰੁੱਸੇ ਬੈਠੇ ਆ ਉਹਨਾਂ ਦੇ ਘਰ ਜਾਵਾਂਗਾ, ਪੂਰਾ ਯਤਨ ਕਰਾਂਗੇ। ਕਿਉਂਕਿ ਇਹ ਘਰ ਮੁੜ ਮੁੜ ਨਹੀਂ ਬਣਦੇ। क्योंकि हजारों साल नरगिस बे नूरी पे रोती है, बड़ी मुश्किल में होता है चमन में देदावर पैदा। ये साहब कांशी राम वर्गा त्यागी तपस्वी बंदा हुण कोई जे असी आस ला के बैठिए बई होर पैदा हो जाएगा, नहीं हो सकता। और साहब जिवें तुसीं कांशी राम की बार बार गल कीती हैगी आ, वाकई उन्होंने बड़ी मेहनत की। थोड़े समय दे विच बहुजन समाज पार्टी पहलों DS4 बड़े वड्डे पद्धर ते उन्होंने विकास के लीहां ते लैके गए, पर उदों बाद दे विच ये थल्ले जांदी गई वोट बैंक घटदा गया। अज जिहड़ा आ वो ब्लाक संमतियां भी गण के देख लो तो किन्नियां निकलदियां हैगियां, ते MLA तो कोई भी नहीं हैगा पंजाब दे विच, जीरो रही है लंबे समय तो। इहदे लई की टारगेट है तुहाडा 2022 दे विच? गुड़ा साहब गल आ बई जदों जिहड़े लोकां दी कोई पुछ पड़ताल ना होवे उन्हां नूं जागृत करके साहब कांशी राम वर्गा साढ़े हज़ारां साल जिहड़े
ਮਹਾਂਪੁਰਸ਼ ਲੱਗੇ ਰਹੇ, ਉਹਨਾਂ ਨੂੰ ਇੱਕ ਮਾਲਾ ਦੇ ਮੋਤੀ ਬਣਾ ਕੇ ਬਹੁਜਨ ਸਮਾਜ ਦਾ ਨਾਂ ਦਿੱਤਾ ਔਰ ਬਹੁਜਨ ਸਮਾਜ ਪਾਰਟੀ ਬਣਾਤੀ ਆ। ਕਿਉਂਕਿ ਇਹਦੇ ਪਿੱਛੇ ਜਿਹੜੀਆਂ ਹਜ਼ਾਰਾਂ ਮਹਾਂਪੁਰਸ਼ਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਘਾਲਣਾਵਾਂ ਆ, ਔਰ ਇਹ ਲੰਬੇ ਅਰਸੇ ਤੋਂ ਬਾਅਦ ਜੇ ਸਾਹਿਬ ਕਾਂਸ਼ੀ ਰਾਮ ਕਿਉਂਕਿ ਜਦੋਂ ਬੰਦਾ ਜਾਂਦਾ ਤੇ ਕੁਝ ਨਾ ਕੁਝ ਛੱਡ ਕੇ ਜਾਂਦਾ, ਜੇ ਕੁਝ ਸਾਡੇ ਕੋ ਇਹ ਮਹਾਂਪੁਰਸ਼ਾਂ ਦੇ ਜਾਣ ਤੋਂ ਬਾਅਦ ਆਖਰੀ ਮਹਾਂਪੁਰਸ਼ ਜਿਹੜਾ ਸਾਹਿਬ ਕਾਂਸ਼ੀ ਰਾਮ ਪੈਦਾ ਹੋਏ ਆ, ਉਹਨਾਂ ਦੀ ਜੇ ਦੇਣ ਆ ਤੇ ਉਹ ਬਹੁਜਨ ਸਮਾਜ ਪਾਰਟੀ ਹੈ। ਕਿਉਂਕਿ ਬਹੁਜਨ ਸਮਾਜ ਪਾਰਟੀ ਦੇ ਵਿੱਚ ਜਿਹੜਾ ਆ ਉਹ ਬਹੁਤ ਤਪਸਵੀ ਔਰ ਤਿਆਗੀ ਮਹਾਂਪੁਰਸ਼ਾਂ ਦੀ ਜਿਹੜੀ ਆ ਘਾਲਣਾ ਆ, ਤੇ ਇਸ ਕਰਕੇ ਅਸੀਂ ਇਸ ਨੂੰ ਜਿੰਦਾ ਰੱਖਣ ਵਾਸਤੇ ਇਹ ਸਾਰੇ ਲੋਕਾਂ ਨੂੰ ਅੱਜ ਵੈਸੇ ਬਹੁਜਨ ਸਮਾਜ ਦੇ ਨਾਂ ਤੇ ਬਹੁਤ ਵੱਡੀ ਲਹਿਰ ਖੜੀ ਹੋਈ ਆ। ਇਹ ਗੱਲ ਵੱਖਰੀ ਹੈ ਕਿ ਇਸ ਨੂੰ ਖੋਰਾ ਲਾਉਣ ਲਈ, ਕਿਉਂਕਿ ਇਹ ਗਰੀਬ ਲੋਕਾਂ ਦਾ ਘਰ ਬਣਾਇਆ ਸੀ, ਇਹਨੂੰ ਢਾਉਣ ਲਈ ਦੁਸ਼ਮਣ ਨੇ ਬਹੁਤ ਸਾਰਾ ਪੈਸਾ ਬਹੁਤ ਸਾਰੇ ਲਾਲਚ ਦੇ ਕੇ ਟਾਈਮ ਟੂ ਟਾਈਮ ਖਰੀਦੋ ਫਰੋਖਤ ਕੀਤੀ ਹੈ। ਤੇ ਇਸੇ ਕਰਕੇ ਬਹੁਤੇ ਲੋਕ ਤਾਂ ਇਹੀ ਕਹਿੰਦੇ ਆ ਵੀ ਇਹ ਜਿਹੜੀ ਹੈ ਇਹ ਬਹੁਜਨ ਸਮਾਜ ਪਾਰਟੀ ਇੱਕ ਯੂਨੀਵਰਸਿਟੀ ਬਣਾਤੀ ਜਿਹ 'ਚੋਂ ਤਿਆਰ ਕੀਤਾ ਜਾਂਦਾ ਤੇ ਦੂਏ ਪਾਸੇ ਚਲ ਜਾਂਦਾ ਬੰਦਾ, ਲੇਕਿਨ ਐਸੀ ਗੱਲ ਨਹੀਂ ਹੈ। ਇਹ ਇੱਕ ਬਹੁਜਨ ਸਮਾਜ ਪਾਰਟੀ ਜਿਹੜੀ ਹੈ ਇਹ ਬਹੁਤ ਵੱਡਾ ਇੱਕ ਲਹਿਰ ਆ ਜਿਹੜੀ ਸਾਨੂੰ ਮਹਾਂਪੁਰਸ਼ਾਂ ਤੋਂ ਬਾਅਦ ਇਹ ਸਾਡੇ ਕੋਲ ਬਚੀ ਹੈ, ਔਰ ਅਸੀਂ ਇਹ ਸਾਰਾ ਤਨ ਮਨ ਧਨ ਦੇ ਨਾਲ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸੰਗਠਨ ਮਜ਼ਬੂਤ ਕਰਕੇ ਅਸੀਂ ਜ਼ਰੂਰ ਜਿਹੜਾ ਆ ਉਹ ਮੰਜ਼ਿਲ ਸਰ ਕਰਾਂਗੇ। ਬਿਲਕੁਲ ਕੌਲ ਸਾਹਿਬ, ਇਹ ਖਾਸ ਲਾਸਟ ਤੇ ਗੱਲ ਹੈਗੀ ਆ ਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਿਹੜੇ ਵੋਟਰ ਹੈਗੇ ਨੇ ਉਹ ਆਪਣੀ ਵੋਟ ਤੇ ਅੜੇ ਰਹਿੰਦੇ ਨੇ, ਖੜੇ ਰਹਿੰਦੇ ਨੇ। ਪਿੰਡਾਂ ਦੇ ਵਿੱਚ ਲੋਕ ਅਸੀਂ ਦੇਖਦੇ ਹਾਂ ਕਿ ਵੋਟਰ ਆਪਣੇ ਗੁਆਂਢੀ ਨੂੰ ਵੀ ਜ਼ੋਰ ਲਾਉਂਦਾ ਹੈ ਕਿ ਇੱਧਰ ਵੋਟ ਪਾਓ, ਇੱਧਰ ਵੋਟ ਪਾਓ, ਪਰ ਕਿਤੇ ਨਾ ਕਿਤੇ ਵੱਡੇ ਪੱਧਰ ਤੇ ਜਿਨ੍ਹਾਂ ਦੇ ਨਾਲ ਜੁੜੀਆਂ ਵੋਟਾਂ ਹੁੰਦੀਆਂ, ਉਹ ਲੀਡਰ ਸਾਹਿਬਾਨ ਹੁੰਦੇ, ਉਹ ਆਪਸ ਵਿੱਚ ਅੱਡ-ਅੱਡ ਹੋਣ ਕਰਕੇ ਕਈ ਵਾਰੀ ਤਾਂ ਇਹ ਦੇਖਦੇ ਕਿ ਇੱਕ ਹਲਕੇ ਤੋਂ ਦੋ ਤਿੰਨ ਜਿਹੜੇ ਵੀ ਇਸ ਮੂਵਮੈਂਟ 'ਚ ਕੰਮ ਕਰਨ ਵਾਲੇ ਖੜ ਜਾਂਦੇ ਨੇ, ਜਿਹਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੁੰਦਾ। ਜਿਹਦੀ ਉਦਾਹਰਨ ਫਗਵਾੜਾ ਦੀ ਜਿਮਨੀ ਚੋਣ ਹੈਗੀ ਆ। ਇਹ ਭਾਵੇਂ ਕਿ ਉਸ ਵੇਲੇ ਤੁਹਾਡਾ ਗਠਬੰਧਨ ਸੀਗਾ 7 ਪਾਰਟੀਆਂ ਦਾ, ਪਰ ਫਿਰ ਵੀ ਉਹਦੇ ਵਿੱਚ ਜਰਨੈਲ ਨੰਗਲ ਜੀ ਅਲੱਗ ਖੜ ਗਏ, ਆਪਣੇ ਵੱਲੋਂ ਬਹੁਜਨ ਸਮਾਜ ਪਾਰਟੀ ਵੱਲੋਂ ਭਗਵਾਨ ਦਾਸ ਜੀ ਅਲੱਗ ਖੜੇ ਨੇ। ਉੱਥੇ ਜਾ ਕੇ ਉਹਦੇ ਵਿੱਚ ਵੋਟਰ ਦਾ ਤਾਂ ਕੋਈ ਕਸੂਰ ਨਹੀਂ ਹੈਗਾ ਤੇ ਆਮ ਲੋਕਾਂ ਦਾ ਕੋਈ ਕਸੂਰ ਨਹੀਂ, ਕਿਤੇ ਨਾ ਕਿਤੇ ਲੀਡਰਾਂ ਦੀ ਅੰਡਰਸਟੈਂਡਿੰਗ ਜਾਂ ਉਹਨਾਂ ਨੂੰ ਇਕੱਠੇ ਰੱਖਣ ਦੇ ਵਿੱਚ ਕਿੱਥੇ ਕਮੀ ਰਹਿ ਜਾਂਦੀ ਆ। ਇਹ ਜਿਹੜਾ ਤੁਸੀਂ ਜਿਹੜੀ ਗੱਲ ਕੀਤੀ ਹੈ ਜੀ ਵੀ ਕੋਈ ਨਾ ਕੋਈ ਮਤਲਬ ਬੱਚੋਂ ਖੋਰਾ ਲਾ ਦਿੰਦਾ ਤੇ ਗੱਲ ਵਿਗੜ ਜਾਂਦੀ ਆ। ਬਹੁਜਨ ਸਮਾਜ ਪਾਰਟੀ ਇੱਕ ਐਸੀ ਪਾਰਟੀ ਸਾਹਿਬ ਕਾਂਸ਼ੀ ਰਾਮ ਨੇ ਬਣਾਈ ਹੈ ਜਿਹਦੀਆਂ ਜੜ੍ਹਾਂ ਬੂਥ ਪੱਧਰ ਤੱਕ ਫੈਲੀਆਂ ਹੋਈਆਂ ਆ। ਬਹੁਤ ਸਾਰੇ ਬੁੱਧੀਜੀਵੀ ਜਾਂ ਬਹੁਤ ਸਾਰੇ ਮਤਲਬ ਜਿਹੜੇ ਲੀਡਰ ਆ ਉਹ ਇਸ, ਕਿਉਂਕਿ ਜਦੋਂ ਆਮ ਬੰਦਾ ਹੁੰਦਾ ਤਾਂ ਉਹਦੀ ਕੋਈ ਪੁੱਛ ਨਹੀਂ ਹੁੰਦੀ, ਜਦੋਂ ਉਹਦੇ ਹੱਥ ਵਿੱਚ ਡੰਡਾ ਤੇ ਝੰਡਾ ਫੜ ਹੋ ਜਾਂਦਾ ਤੇ ਉਹ ਜਦੋਂ ਜਕਾਰੇ ਤੇ ਨਾਅਰੇ ਲਾਉਣ ਲੱਗ ਪੈਂਦਾ ਉਹ ਇੱਕ ਖਾਸ ਆਦਮੀ ਬਣ ਜਾਂਦਾ। ਫਿਰ ਦੂਸਰਿਆਂ ਦੀ ਨਿਗਾਹ ਜਾਂਦੀ ਆ। ਫਿਰ ਜਦੋਂ ਉਹਨੂੰ ਅਹੁਦਾ ਮਿਲਦਾ, ਜਿੱਦਾਂ ਮੈਨੂੰ ਅਹੁਦਾ ਮਿਲਿਆ ਤੇ ਮੇਰਾ ਇੱਕ ਜਿਹੜਾ ਆ ਸਮਾਜ 'ਚ ਸਨਮਾਨ ਵਧਿਆ, ਰੁਤਬਾ ਮਿਲ ਗਿਆ। ਲੇਕਿਨ ਜੇ ਉਹ ਮੈਂ ਇਹ ਕਾਹਦੇ ਕਰਕੇ ਬਣਿਆ? ਬਸਪਾ ਕਰਕੇ, ਨੀਲਾ ਝੰਡਾ ਹਾਥੀ ਨਿਸ਼ਾਨ ਉਹਦੇ ਕਰਕੇ ਬਣਿਆ। ਲੇਕਿਨ ਜੇ ਮੈਂ ਸਮਾਜ ਹਿਤੈਸ਼ੀ ਹਾਂ ਤੇ ਮੈਨੂੰ ਇਹ ਸੋਚਣਾ ਚਾਹੀਦਾ ਵੀ ਮੇਰਾ ਐਡਾ ਵੱਡਾ ਸਨਮਾਨ ਹੈ, ਜੇ ਅਸੀਂ ਪਾਰਟੀ ਨੂੰ ਕਾਮਯਾਬ ਕਰ ਦਈਏ ਫਿਰ ਕਿੱਡਾ ਸਨਮਾਨ ਹੋਏਗਾ। ਲੇਕਿਨ ਅਸੀਂ ਛੋਟੇ ਲਾਲਚਾਂ ਨੂੰ ਛੱਡ ਕੇ ਅਸੀਂ ਝੰਡੇ ਡੰਡੇ ਦੀ ਜਿਹੜੀ ਹੈ ਉਹ ਇੱਜ਼ਤ ਗਵਾ ਲੈਂਦੇ ਹਾਂ ਤੇ ਦੂਸਰੇ ਪਾਸੇ ਚੱਲ ਜਾਂਦੇ ਹਾਂ। ਇਹਦੇ ਨਾਲ ਹੁੰਦਾ ਪਾਰਟੀ ਦਾ ਨੁਕਸਾਨ ਜ਼ਰੂਰ ਹੁੰਦਾ। ਲੇਕਿਨ ਗੁੜਾ ਸਾਹਿਬ ਇਹ ਲਾਸਟ ਬਗਾਵਤ ਹੋਏਗੀ, ਇਹ ਜਿਹੜੀ ਲਾਸਟ ਬਗਾਵਤ ਹੋਏਗੀ, ਕਿਉਂਕਿ WhatsApp Facebook ਔਰ ਜਾਗਰਤੀ ਮੁਹਿੰਮ ਦੇ ਤੌਰ ਤੇ, ਕਿਉਂਕਿ ਬਹੁਜਨ ਸਮਾਜ ਦੀਆਂ ਜੜ੍ਹਾਂ ਮੈਂ ਤੁਹਾਨੂੰ ਦੱਸਿਆ ਬਈ ਗਰਾਊਂਡ ਤੇ ਬੂਥ ਪੱਧਰ ਤੱਕ ਆ। ਇਹ ਗੱਲ ਵੱਖਰੀ ਆ ਕਿ ਸਾਡੇ ਰਿਜ਼ਲਟ ਨਹੀਂ ਆ ਸਕੇ, ਲੇਕਿਨ ਜੇ ਕੋਈ ਕਹੇ ਬਈ ਬਸਪਾ ਦਾ ਮੈਂ ਮੁਕਾਬਲਾ ਕਰਕੇ ਨਵੀਂ ਪਾਰਟੀ ਖੜੀ ਕਰ ਲੈਣੀ ਹੈ, ਤੁਸੀਂ ਪਿਛੋਕੜ ਦੇ ਵਿੱਚ ਦੇਖਿਆ ਕਿੰਨੀਆਂ ਪਾਰਟੀਆਂ ਇੱਥੇ ਪੰਜਾਬ ਦੇ ਵਿੱਚ ਖੜੀਆਂ ਹੋਈਆਂ ਔਰ ਸਾਲ ਦੇ ਵਿੱਚ ਫੇਲ ਹੋ ਗਈਆਂ। ਬੜੇ ਧਾਂਕੜ ਆਪਣੇ ਆਪ ਨੂੰ, ਜਿਨ੍ਹਾਂ ਨੂੰ ਮਤਲਬ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਬਣਾਇਆ, ਹੋਰ ਵੀ ਕਈ ਕੁਝ ਹੋਇਆ, ਤੇ ਉਹ ਜਿਹੜੇ ਆ ਅੱਜ ਮਤਲਬ ਉਹਨਾਂ ਦੀਆਂ ਬਣਾਈਆਂ ਹੋਈਆਂ ਪਾਰਟੀਆਂ ਬਹੁਤ ਸਾਰੀਆਂ ਬਣੀਆਂ, ਮੈਂ ਨਾਂ ਨਹੀਂ ਲੈਣਾ ਕਿਉਂਕਿ ਸਾਡੇ ਸਮਾਜ 'ਚੋਂ ਜਿਹੜੇ ਆ ਗਮਰਾਹ ਹੋ ਕੇ ਲੋਕਾਂ ਨੇ ਬਣਾਈਆਂ। ਪਰ ਇਹ ਗੱਲ ਅੱਜ ਯਾਦ ਰੱਖਣੀ ਚਾਹੀਦੀ ਆ ਕਿ ਅੱਜ ਯੂਥ ਜਿਹੜਾ ਆ ਇਹ ਝੰਡਾ ਤੇ ਡੰਡਾ ਉਹਦੀ ਚਰਚਾ ਗਰਾਊਂਡ ਪੱਧਰ ਤੱਕ ਬੂਥ ਤੱਕ ਆ। ਉਹਦੇ ਮੁਕਾਬਲੇ ਕਈ ਵੱਡੇ ਧਾਂਕੜ ਜਿਹੜੇ ਆ ਉਹਨਾਂ ਨੇ ਵੀ ਪਾਰਟੀ ਬਣਾ ਕੇ ਕੋਸ਼ਿਸ਼ ਕੀਤੀ ਆ, ਪਰ ਕੁਝ ਨਹੀਂ ਨਿਕਲਿਆ। ਇਸ ਕਰਕੇ ਆਓ
ਕਿਉਂਕਿ ਇਹ ਘਰ ਜਿਹੜਾ ਆ ਇਹ ਕਿਸੇ ਦਾ ਪਰਸਨਲ ਨਹੀਂ ਹੈ, ਇਹ ਬਹੁਜਨ ਸਮਾਜ ਦਾ ਘਰ ਆ, ਜਿਹਦੇ ਨਾਲ ਜਿਹੜੇ SC ST OBC ਔਰ ਦਲਿਤ ਗਰੀਬ ਭਾਈਚਾਰਾ, ਮੁਸਲਿਮ ਭਾਈਚਾਰਾ, ਸਿੱਖ ਭਾਈਚਾਰਾ, ਹਰ ਇੱਕ ਦਾ ਜਿਹੜਾ ਆ ਉਹ ਭਲਾ ਜਿਹੜਾ ਇਹਦੇ ਵਿੱਚ ਹੀ ਆ, ਕਿਉਂਕਿ ਹਾਥੀ ਕੇ ਪਾँव में सबका पाँव। ਤੇ ਇਸ ਕਰਕੇ ਅੱਜ ਇਹ ਲਾਸਟ ਬਗਾਵਤ ਹੋਏਗੀ। ਆਉਣ ਵਾਲੇ ਸਮੇਂ ਦੇ ਵਿੱਚ ਇਹ ਲਹਿਰ ਜਿਹੜੀ ਆ ਇਹ ਰੁਕਣ ਵਾਲੀ ਨਹੀਂ, ਕਿਉਂਕਿ ਇਹਦੇ ਜਿਹੜੇ ਸੰਚਾਲਕ ਆ ਅੱਜ ਭੈਣ ਕੁਮਾਰੀ ਮਾਇਆਵਤੀ ਜੀ ਮੌਜੂਦ ਆ। ਤੇ ਇਸ ਕਰਕੇ ਸਾਨੂੰ ਆਪਣੇ ਵੋਟ ਦਾ ਜਦੋਂ ਸਾਨੂੰ ਇਸਤੇਮਾਲ ਕਰਨਾ ਸਾਹਿਬ ਕਾਂਸ਼ੀ ਰਾਮ ਜੀ ਦੱਸ ਕੇ ਗਏ ਆ, ਤੇ ਕਿਉਂ ਨਹੀਂ ਅਸੀਂ ਆਪਣੇ ਘਰ ਦੇ ਲਈ ਜਿਹੜਾ ਇੱਕ ਵਾਰ ਇਸਤੇਮਾਲ ਕਰਕੇ ਦੇਖਦੇ। ਜਿਹੜੀਆਂ ਰੰਜਿਸ਼ਾਂ ਆ ਉਹ ਛੱਡ ਦਿਓ, ਕਿਉਂਕਿ ਸਾਰਾ ਕੁਝ ਆਪਾਂ ਨੂੰ ਮਿਲਿਆ ਸੀ। ਤੇ ਹੁਣ ਅਸੀਂ ਜੇ ਪ੍ਰਧਾਨ ਚੇਂਜ ਹੋਇਆ ਤੇ ਉਹਨੂੰ 2 ਸਾਲ ਦਾ ਸਮਾਂ ਦਿਓ ਤੇ ਬਦਲਾਅ ਤਾਂ ਫਿਰ ਵੀ ਆ ਜਾਏਗਾ। ਸਾਹਿਬ ਜਿਵੇਂ ਤੁਸੀਂ ਭੈਣ ਕੁਮਾਰੀ ਮਾਇਆਵਤੀ ਜੀ ਦੀ ਗੱਲ ਕੀਤੀ ਹੈਗੀ ਆ, ਜਿਵੇਂ ਹੁਣ ਲੋਕਡਾਊਨ ਸੀ, ਕਰਫਿਊ ਲੱਗਿਆ ਸੀਗਾ ਇਹ ਕਰੋਨਾ ਮਹਾਮਾਰੀ ਦੇ ਕਰਕੇ, ਪੰਜਾਬ ਦੇ ਵਿੱਚੋਂ ਜਾਂ ਵੱਖ-ਵੱਖ ਸੂਬਿਆਂ ਦੇ ਵਿੱਚੋਂ ਇੱਧਰ ਉੱਧਰ ਬਹੁਤ ਲੋਕ ਪੈਦਲ ਗਏ ਨੇ, ਗੱਡੀਆਂ ਦੀ ਲਾਈਨਾਂ ਦੇ ਨਾਲ ਗਏ ਨੇ। ਜਿਵੇਂ ਤੁਸੀਂ ਵੀ ਗੱਲ ਕੀਤੀ ਆ, ਬਹੁਤਿਆਂ ਦੀ ਮੌਤ ਹੋਈ, ਬਹੁਤਿਆਂ ਦੇ ਬੱਚਿਆਂ ਦਾ ਜਨਮ ਵੀ ਰੋਡ ਦੇ ਉੱਤੇ, ਬੜੀਆਂ ਤੰਗੀਆਂ ਤਕਲੀਫਾਂ ਉਹਨਾਂ ਨੇ ਸਹੀਆਂ। ਉਸ ਵੇਲੇ ਵੀ ਭੈਣ ਕੁਮਾਰੀ ਮਾਇਆਵਤੀ ਦੇ ਵੱਲੋਂ ਕੋਈ ਖਾਸ ਬਿਆਨ ਲੋਕ ਹਿੱਤ ਦੇ ਵਿੱਚ ਜਾਂ ਇਹਨਾਂ ਮਜ਼ਦੂਰਾਂ ਦੇ ਹਿੱਤ ਦੇ ਵਿੱਚ ਇੱਦਾਂ ਦਾ ਨਹੀਂ ਆਇਆ ਜਿਹਦੇ ਨਾਲ ਸਰਕਾਰ ਨੂੰ ਮਜਬੂਰ ਕਰ ਦਿੰਦੇ ਕਿ ਇਹਨਾਂ ਨੂੰ ਬੱਸਾਂ ਦੇ ਵਿੱਚ ਬਿਠਾਲ ਕੇ ਜਾਂ ਟ੍ਰੇਨਾਂ ਦੇ ਵਿੱਚ ਬਿਠਾਲ ਕੇ ਇਹਨਾਂ ਦੇ ਘਰਾਂ ਤੱਕ ਪਹੁੰਚਦਾ ਕੀਤਾ ਜਾਵੇ ਜਾਂ ਉਹਨਾਂ ਦਾ ਪ੍ਰਬੰਧ ਕੀਤਾ ਜਾਂਦਾ। ਯੂਪੀ ਦੇ ਵਿੱਚ ਉਹਨਾਂ ਨੇ ਜਿਹੜਾ ਬਹੁਤ ਸਾਰਾ ਮਤਲਬ ਕਿ ਉਹਨਾਂ ਦੇ ਬਿਆਨ ਆਏ ਆ, ਤੇ ਜਿਹਦੇ ਤੌਰ ਤੇ ਜਿਹੜੇ ਸਟੂਡੈਂਟ ਫਸੇ ਹੋਏ ਸੀ ਉਹਨਾਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ ਗਿਆ। ਮਜ਼ਦੂਰਾਂ ਦੇ ਹੱਕ ਵਿੱਚ ਵੀ ਬਿਆਨ ਆਏ ਆ, ਔਰ ਇੱਕ IPS ਉਹਨਾਂ ਨੂੰ ਹਟਾ ਦਿੱਤਾ ਗਿਆ ਸੀ, ਉਹਦੇ ਹੱਕ 'ਚ ਵੀ ਉਹਨੇ ਬਿਆਨ ਲਾਇਆ। ਤੇ ਗੱਲ ਤਾਂ ਜਾਗਰਤੀ ਦੀ ਆ, ਜੇ ਸਮਾਜ ਜਾਗਰਤ ਹੋ ਜਾਏ ਤਾਂ ਅਸੀਂ ਆਪਣੇ ਜਿਹੜਾ ਆ ਉਹ ਲੀਡਰ ਦਾ ਕੱਦ ਬਹੁਤ ਉੱਚਾ ਕਰ ਸਕਦੇ ਹਾਂ। ਕਿਉਂਕਿ ਯੂਪੀ ਦੇ ਵਿੱਚ ਜੇ 4 ਵਾਰ ਸਰਕਾਰ ਬਣੀ ਸੀ ਤਾਂ ਉਹਨਾਂ ਗਰੀਬਾਂ ਨੂੰ ਹੀ ਜਿਹੜਾ ਜ਼ਮੀਨਾਂ 7 ਲੱਖ ਏਕੜ ਜ਼ਮੀਨ ਵੰਡੀ ਗਈ, ਬੇਤਹਾਸ਼ਾ ਜਿਹੜਾ ਆ ਉਹ ਸਕੂਲ ਕਾਲਜ ਯੂਨੀਵਰਸਿਟੀਆਂ ਬਣਾਏ ਗਏ ਉਹਨਾਂ ਮਹਾਪੁਰਸ਼ਾਂ ਦੇ ਨਾਂ 'ਤੇ ਬੇਤਹਾਸ਼ਾ ਜਿਹੜਾ, ਕਿਉਂਕਿ ਜਲਵਾ ਪਾਵਰ ਦਾ ਹੁੰਦਾ, ਜਦੋਂ ਪਾਵਰ ਹੋਵੇ ਤੇ ਪਾਵਰ ਦੇ ਨਾਲ ਜਲਵਾ ਦਿਖਾਇਆ ਜਾਂਦਾ। ਜੇਕਰ ਉਹਨਾਂ ਨੇ ਸੱਤਾ ਲੈ ਕੇ ਇਹਨਾਂ SC ST OBC ਦੇ ਹੱਕ ਵਿੱਚ ਜਾਂ ਸਰਵ ਸਮਾਜ ਦੇ ਹੱਕ ਵਿੱਚ ਜਾਂ ਕਾਨੂੰਨ ਦੇ ਨੂੰ ਜਿਹੜਾ ਆ ਉਹਦਾ ਸਹੀ ਇਸਤੇਮਾਲ ਨਾ ਕੀਤਾ ਹੋਵੇ, ਫਿਰ ਆਪਾਂ ਕਹਿ ਸਕਦੇ ਹਾਂ। ਕਿਉਂਕਿ ਸੰਵਿਧਾਨ ਦਾ ਰਾਜ ਕਿੱਦਾਂ ਦਾ ਹੁੰਦਾ, ਤੇ ਉਹ ਅੱਜ ਸਾਰੇ ਕਹਿੰਦੇ ਆ ਬਈ ਮਾਇਆਵਤੀ ਜਿਹੜਾ ਆ ਉਹ ਆਇਰਨ ਲੇਡੀ ਨੇ। ਜੇ ਕੋਈ ਗੁੰਡੇ ਸੀਗੇ, ਜੇ ਉਹ ਗੁੰਡੇ ਜਿਹੜੇ ਆ ਉਹ ਡਰਦੇ ਸੀ ਤਾਂ ਉਹ BSP ਦੀ ਸਰਕਾਰ ਵੇਲੇ ਮਾਇਆਵਤੀ ਤੋਂ ਡਰਦੇ ਸੀ। ਮਜ਼ਦੂਰਾਂ ਨੂੰ ਜਿਹੜਾ ਆ ਉਹ ਕੰਮ ਦਿੱਤਾ ਗਿਆ ਜਾਂ ਉਹਨਾਂ ਦੇ ਨੂੰ ਸਹੀ ਜਿਹੜੀ ਗਰੀਬਾਂ ਨੂੰ ਜ਼ਮੀਨ ਜਿਹੜੀ ਆ, ਬੇਜ਼ਮੀਨਿਆਂ ਨੂੰ ਜ਼ਮੀਨ ਹੈ। ਤੇ ਇਹ ਸਾਰਾ ਕੁਝ ਜਿਹੜੀ ਪੱਤ ਦੀ ਰਾਖੀ ਹੋਈ ਆ ਉਹ ਭੈਣ ਜੀ ਦੇ ਰਾਜ ਵਿੱਚ ਹੋਈ ਆ। ਤੇ ਇਸ ਕਰਕੇ ਸਾਨੂੰ ਜਿਹੜਾ ਪਹਿਲਾਂ ਪੰਜਾਬ ਦੇ ਵਿੱਚ ਵੀ ਇਹੋ ਜਿਹਾ ਜਲਵਾ ਬਹੁਜਨ ਸਮਾਜ ਪਾਰਟੀ ਨੂੰ ਇੱਕ ਵਾਰੀ ਮੌਕਾ ਦੇਣਾ ਚਾਹੀਦਾ। ਕਿਉਂਕਿ ਸਭ ਇਹ ਆਖਰ ਦੇ ਵਿੱਚ ਜਿਹੜੇ ਇਸ ਵੇਲੇ ਬਹੁਤ ਸਾਰੇ ਲੋਕ ਦੇਸ਼ ਤੇ ਵਿਦੇਸ਼ ਵਿੱਚ ਇਸ ਵੇਲੇ ਤੁਹਾਡੀ ਆਵਾਜ਼ ਨੂੰ ਸੁਣ ਰਹੇ ਨੇ, ਉਹਨਾਂ ਨੂੰ ਕੀ ਭਰੋਸਾ ਦੇਣਾ ਚਾਹੋਗੇ? ਜਿਵੇਂ ਤੁਹਾਡੇ ਕੋਲ ਬਹੁਤ ਵੱਡੀ ਪ੍ਰਮੁੱਖ ਜ਼ਿੰਮੇਵਾਰੀ ਜਿਹੜੀ ਜਨਰਲ ਸਕੱਤਰ ਪੰਜਾਬ ਦੇ ਤੁਹਾਨੂੰ ਲਾਇਆ, ਲੋਕਾਂ ਨੂੰ ਆਸਾਂ ਵੀ ਨੇ, ਕੀ ਭਰੋਸਾ ਦੇਣਾ ਚਾਹੋਗੇ ਤੁਸੀਂ? ਮੈਂ ਤਾਂ ਇਹੀ ਭਰੋਸਾ ਦਿਵਾਉਣਾ ਚਾਹੁੰਦਾ ਕਿ ਬਹੁਜਨ ਸਮਾਜ ਪਾਰਟੀ ਸਾਡੇ ਮਹਾਂਪੁਰਸ਼ਾਂ ਨੇ ਬੜੇ ਲੰਬੇ ਅਰਸਾ ਸੰਘਰਸ਼ ਕਰਕੇ ਆਪਣਾ ਘਰ ਬਣਾਇਆ ਸੀ। ਔਰ ਸਾਹਿਬ ਕਾਂਸ਼ੀ ਰਾਮ ਜੀ ਇਹ ਵੀ ਕਹਿੰਦੇ ਹੁੰਦੇ ਸੀ ਕਿ ਤੁਸੀਂ ਕਿਰਾਏ ਦੇ ਮਕਾਨ 'ਤੇ ਜੇ ਚਲੇ ਵੀ ਜਾਣਾ ਤੇ ਆਪਣੇ ਘਰ ਨੂੰ ਢਾਹ ਕੇ ਨਾ ਜਾਇਓ, ਕਿਉਂਕਿ ਇਹਦੇ ਵਿੱਚ ਤੁਹਾਨੂੰ ਦੁਬਾਰਾ ਵੀ ਆ ਕੇ ਬਸਣਾ ਪੈ ਸਕਦਾ। ਇਸ ਕਰਕੇ ਇਹ ਤਾਂ ਆਪਣਾ ਘਰ ਆ, ਤੇ ਇਹਦੇ ਵਿੱਚ ਜਿਹੜੇ ਅੱਜ ਵਿਸ਼ਵਾਸ ਰੱਖ ਕੇ ਬੈਠੇ ਆ ਕਿ BSP ਜਿਹੜੀ ਹੈ ਉਹਨੂੰ ਦੇਖਣਾ ਚਾਹੁੰਦੇ ਆ ਜਾਂ ਅੱਜ BSP 'ਤੇ ਨਜ਼ਰਾਂ ਟਿਕੀਆਂ, ਇਹ ਆਪਾਂ ਇਹੀ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਵੀ ਕੁਝ ਅਸੀਂ ਮਿਹਨਤ ਰਲ ਕੇ ਕਰਾਂਗੇ, ਕੁਝ ਤੁਸੀਂ ਜਿਹੜਾ ਆ, ਕਿਉਂਕਿ ਪੇ ਬੈਕ ਟੂ ਦਾ ਸੁਸਾਇਟੀ ਦੇ ਨਾਲ ਹੀ ਸਾਰਾ ਕੁਝ ਬਣਦਾ। ਬਈ ਕੋਈ ਸਮਾਂ ਦੇ ਸਕਦਾ, ਕੋਈ ਪੈਸਾ ਦੇ ਸਕਦਾ, ਕੋਈ ਜਿਹੜਾ ਦਿਮਾਗ ਦੇ ਸਕਦਾ। ਇਸੇ ਤਰ੍ਹਾਂ ਤਨ ਮਨ ਧਨ ਦੇ ਨਾਲ ਹੀ ਜਿਹੜੀਆਂ ਮੂਵਮੈਂਟਾਂ ਖੜੀਆਂ ਹੁੰਦੀਆਂ। ਇਸ ਕਰਕੇ ਜਿਹੜਾ ਪੈਸਾ ਦੇਣ ਵਾਲੇ ਪੈਸਾ ਦੇਣ, ਔਰ ਜਿਹੜੀ ਤਨ ਦੀ ਸੇਵਾ ਕਰਨ ਵਾਲੇ ਆ ਉਹ ਤਨ
ਦੀ ਸੇਵਾ ਕਰਨਗੇ ਤੇ ਜਿਹੜਾ ਸਮਾਂ ਦੇਣ ਵਾਲੇ ਆ ਉਹ ਸਮਾਂ ਵੀ ਜਿਹੜਾ ਸਾਨੂੰ ਡੋਰ ਟੂ ਡੋਰ ਜਿੱਦਾਂ ਸਾਹਿਬ ਕਾਂਸ਼ੀ ਰਾਮ ਜੀ ਗਏ ਆ, ਬੂਥ ਕਰੋ ਮਜ਼ਬੂਤ, ਸਾਨੂੰ ਹਰ ਬੂਥ ਤੇ ਮਜ਼ਬੂਤੀ ਦੇ ਨਾਲ ਜਦੋਂ ਅਸੀਂ ਕਰਾਂਗੇ ਔਰ ਵਿਚਾਰਧਾਰਕ ਸੰਗਠਨ ਖੜਾ ਕਰਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਸਪਾ ਨੂੰ ਅੱਗੇ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਜਿਹੜਾ ਇਹੀ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਜਿਹੜੀ ਜ਼ਿੰਮੇਵਾਰੀ ਆ ਉਹ ਅਸੀਂ ਵੀ ਨਿਭਾਵਾਂਗੇ, ਤੁਸੀਂ ਵੀ ਨਿਭਾ ਵੀ ਰਹੇ ਆ ਤੇ ਤੁਸੀਂ ਜਿਹੜਾ ਆ ਭਰੋਸਾ ਕਰੋ ਬਈ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਸੰਗਠਨ ਰੋਜ਼-ਰੋਜ਼ ਨਹੀਂ ਬਣਦੇ, ਜਿਹੜੇ ਬਣਾਉਣ ਜਾਂਦੇ ਆ ਉਹ ਸਾਰੇ ਜਿਹੜੇ ਆ ਉਹ ਪਹਿਲਾਂ ਥੋੜ੍ਹੇ ਸਮੇਂ ਤੇ WhatsApp ਜਾਂ ਸੋਸ਼ਲ ਮੀਡੀਆ ਤੇ ਹਾਈਲਾਈਟ ਜ਼ਰੂਰ ਹੋ ਜਾਂਦੇ ਆ, ਪਰ ਗਰਾਊਂਡ ਪੱਧਰ ਤੱਕ ਜੜ੍ਹਾਂ ਜਿੱਦਾਂ ਸਾਹਿਬ ਕਾਂਸ਼ੀ ਰਾਮ ਜੀ ਲੱਗ ਗਏ ਆ ਇੱਦਾਂ ਕਿਸੇ ਦੇ ਕੋਲੋਂ ਨਹੀਂ ਲੱਗਣੀਆਂ। ਇਸ ਆਸ ਉਮੀਦ ਦੇ ਨਾਲ ਬਈ ਸਾਰੇ ਸਾਥੀਆਂ ਦਾ ਮੈਂ ਪੰਜਾਬੀ ਸਾਂਝ TV ਦਾ, ਗੁੜਾ ਸਾਹਿਬ ਤੁਹਾਡਾ ਵੀ ਤੇ ਦਰਸ਼ਕਾਂ ਦਾ ਦੇਖ ਰਿਆਂ ਦਾ ਜਿਨ੍ਹਾਂ ਨੇ ਮੈਨੂੰ ਸੁਣਿਆ, ਮੈਂ ਉਹਨਾਂ ਦਾ ਧੰਨਵਾਦੀ ਹਾਂ ਤੇ ਇਹੀ ਉਮੀਦ ਕਰਦੇ ਹਾਂ ਕਿ ਆਓ ਰਲ ਮਿਲ ਕੇ ਆਪਾਂ ਜਿਹੜਾ ਆ ਇਸ ਆਪਣੇ ਘਰ ਨੂੰ ਪੱਕਾ ਮਜ਼ਬੂਤ ਕਰਕੇ ਆਪਾਂ ਆਪਣੇ ਸਮਾਜ ਨੂੰ ਵੀ ਜਿਹੜਾ ਉਹ ਮੰਗਣ ਵਾਲੇ ਨਾ ਮੰਗਤੇ ਹੀ ਨਾ ਰੱਖੀਏ, ਵੰਡਣ ਵਾਲੇ ਬਣਾਈਏ, ਕਿਉਂਕਿ ਜਿਹੜੀ ਵੋਟ ਆ ਇਹ ਵੋਟ ਤੁਹਾਨੂੰ ਵੰਡਣ ਵਾਲੇ ਬਣਾਉਂਦੀ ਆ ਤੇ ਵੋਟ ਦਾ ਸਹੀ ਇਸਤੇਮਾਲ ਕਰੀਏ। ਇਹਨੂੰ ਜਿਹੜਾ ਉਹ ਕਿਸੇ ਛੋਟੇ ਲਾਲਚਾਂ 'ਚ ਵੇਚੀਏ ਨਾ, ਆਪਣੇ ਆਪ ਨੂੰ ਨਾ ਵੇਚੀਏ, ਆਪਣਿਆਂ ਲਈ ਕੰਮ ਕਰਨ ਦਾ ਉਪਰਾਲਾ ਕਰੀਏ ਔਰ 2022 ਦੇ ਵਿੱਚ ਕੋਈ ਰਿਜ਼ਲਟ ਦਈਏ। ਜੈ ਭੀਮ, ਜੈ ਭਾਰਤ ਜੀ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਰਮੇਸ਼ ਕੌਲ ਜੀ, ਜਿਨ੍ਹਾਂ ਨੂੰ ਥਾਪਿਆ ਗਿਆ ਹੈ ਪੰਜਾਬ ਦੇ ਅੰਦਰ ਬਹੁਜਨ ਸਮਾਜ ਪਾਰਟੀ ਵੱਲੋਂ ਸੂਬੇ ਦੇ ਜਨਰਲ ਸਕੱਤਰ। ਅਸੀਂ ਆਸ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਖਾਸ ਸ਼ਖਸੀਅਤਾਂ ਨੂੰ ਵੀ ਤੁਹਾਡੇ ਰੂਬਰੂ ਕਰਦੇ ਰਵਾਂਗੇ। ਤੁਸੀਂ ਦੇਖਦੇ ਰਹੋ ਪੰਜਾਬੀ ਸਾਂਝ TV। ਧੰਨਵਾਦ।